ਸਤਿ ਸ਼੍ਰੀ ਅਕਾਲ ਟੀਵੀ ਪੰਜਾਬ ਦੇਖ ਰਹੇ ਹੋ ਤੁਸੀਂ। ਕੱਲ ਪਟਿਆਲਾ ਦੇ ਵਿੱਚ ਜਿਹੜਾ ਘਟਨਾਕ੍ਰਮ ਵਾਪਰਿਆ ਉਸ ਦੀ ਹਰ ਵਰਗ ਵੱਲੋਂ ਨਿੰਦਾ ਕੀਤੀ ਜਾ ਰਹੀ ਹੈ। ਜਿਸ ਤਰ੍ਹਾਂ ਦੇ ਨਾਲ ਹਰੀਸ਼ ਸਿੰਗਲਾ ਵੱਲੋਂ ਇੱਕ ਕਾਲ ਦਿੱਤੀ ਗਈ, ਜਿਸ ਤੋਂ ਬਾਅਦ ਪਟਿਆਲਾ ਦੇ ਵਿੱਚ ਜਿਹੜਾ ਮਾਹੌਲ ਹੈ ਉਹ ਤਣਾਅਪੂਰਨ ਹੋ ਗਿਆ। ਲੇਕਿਨ ਉਸ ਤੋਂ ਬਾਅਦ ਮੰਦਿਰ ਕਮੇਟੀ ਦੀ ਜਿਹੜੀ ਮੰਦਿਰ ਦੀ ਪੀਸ ਕਮੇਟੀ ਹੈਗੀ ਆ ਉਸ ਵੱਲੋਂ ਇੱਕ ਮੀਟਿੰਗ ਸੱਦੀ ਜਾਂਦੀ ਹੈ, ਲੇਕਿਨ ਹਰੀਸ਼ ਸਿੰਗਲਾ ਅਤੇ ਉਸ ਦੇ ਲੜਕੇ ਵੱਲੋਂ ਉਸ ਮੀਟਿੰਗ ਦੇ ਵਿੱਚ ਜਾ ਕੇ ਵੀ ਜਿਹੜਾ ਹੰਗਾਮਾ ਕੀਤਾ ਜਾਂਦਾ ਹੈ। ਤੇ ਸਾਡੇ ਨਾਲ ਬੁੱਧੀਜੀਵੀ ਵਰਗ ਦੇ ਵਿਪਨ ਪੰਡਤ ਜੀ ਨੇ, ਜੋ ਕਿ ਪੀਸ ਕਮੇਟੀ ਦੇ ਮੈਂਬਰ ਵੀ ਹੈਗੇ ਨੇ। ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਵਿਪਨ ਜੀ, ਸਵਾਗਤ ਹੈ ਟੀਵੀ ਪੰਜਾਬ ਤੇ। ਥੈਂਕ ਯੂ ਜੀ। ਹਾਂਜੀ। ਵਿਪਨ ਜੀ, ਕੀ ਕੱਲ ਘਟਨਾਕ੍ਰਮ ਵਾਪਰਿਆ? ਕਿਉਂਕਿ ਦੇਖੋ, ਬੜਾ ਨਿੰਦਣਯੋਗ ਹੈਗਾ ਜਿਸ ਤਰ੍ਹਾਂ ਦੇ ਨਾਲ ਦੋ ਭਾਈਚਾਰੇ ਹੈਗੇ ਨੇ, ਇਹਨਾਂ ਦੇ ਵਿੱਚ ਇੱਕ ਫਰਕ ਪਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਹਰ ਵਰਗ ਹੈ ਜਿਹੜਾ ਉਹ ਨਿੰਦਾ ਕਰ ਰਿਹਾ, ਕਿਉਂਕਿ ਦੇਖੋ ਬੜਾ ਪੀਸਫੁਲੀ ਆਪਣੇ ਸਾਰੇ ਲੋਕ ਇੱਥੇ ਰਹਿੰਦੇ ਹੈਗੇ ਪਟਿਆਲਾ 'ਚ, ਕਿਸੇ ਵੀ ਵਰਗ ਦੀ ਗੱਲ ਕਰ ਲਈਏ। ਤਾਂ ਕੱਲ ਕੀ ਗੱਲ ਹੋਈ ਹੈ ਜਦੋਂ ਪੀਸ ਕਮੇਟੀ ਦੀ ਜਿਹੜੀ ਮੀਟਿੰਗ ਚੱਲ ਰਹੀ ਸੀ? ਇਹ ਇੱਕ ਕੱਲ ਸਵੇਰੇ ਤੋਂ ਹੀ ਤਕਰੀਬਨ 11:30 ਤੋਂ ਇਹ ਹੰਗਾਮਾ ਸ਼ੁਰੂ ਹੋਇਆ। ਇਹਨਾਂ ਨੇ ਕੋਈ ਚੈਲੰਜਬਾਜ਼ੀ, ਹਰੀਸ਼ ਸਿੰਗਲਾ ਔਰ ਜਿਹੜਾ ਪਰਵਾਨਾ ਹੈਗਾ, ਦੋਨੋਂ ਹੀ ਸੇਮ ਉਸ ਨੇ, ਦੋਨੋਂ ਹੀ ਅੱਛੇ, ਮਤਲਬ ਕਿ ਆਪਸ ਸਾਂਝੇਦਾਰੀ 'ਚ ਇਹਨਾਂ ਨੇ ਇਹ ਸ਼ੋਅ ਕੀਤਾ ਹੈ। ਔਰ ਉਸ ਹੰਗਾਮੇ 'ਚ ਇਹਨਾਂ ਨੇ ਆਮ ਪਬਲਿਕ ਨੂੰ ਔਰ ਜਿਹੜੇ ਮਾਤਾ ਦੇ ਮੰਦਿਰ ਨੂੰ ਬੜਾ ਇਹਨਾਂ ਨੇ ਅਪਮਾਨਿਤ ਕੀਤਾ ਹੈ। ਉਹਨਾਂ ਨੇ ਰੋੜੇ ਬੱਟੇ ਮਾਰੇ, ਉਰੇ ਕਿਰਪਾਨਾਬਾਜ਼ੀ, ਕੁਰਬਾਨਬਾਜ਼ੀ, ਆਮ ਲੋਕਾਂ ਦੇ ਲਹਿਰਾ ਕੇ ਦਹਿਸ਼ਤ ਫੈਲਾਈ। ਹਰੀਸ਼ ਸਿੰਗਲਾ ਜੀ ਤਾਂ ਉਰੇ ਨਜ਼ਰ ਨਹੀਂ ਆਏ। ਉਸ ਤੋਂ ਬਾਅਦ ਦੰਗਾ ਭੜਕਾ ਕੇ ਉਹ ਤਾਂ ਗਾਇਬ ਹੋ ਗਏ। ਔਰ 3 ਘੰਟੇ ਤਕਰੀਬਨ ਜਿਹੜੇ ਐਂਟੀ ਸੋਸ਼ਲ ਐਲੀਮੈਂਟ ਸੀਗੇ, ਇਹਨਾਂ ਨੇ ਪੂਰਾ ਉਰੇ, ਇਹਨਾਂ ਨੇ ਪੂਰਾ ਦੰਗਾ ਕੀਤਾ। ਉਰੇ ਕਿਰਪਾਨਬਾਜ਼ੀ, ਉਰੇ ਪ੍ਰਸ਼ਾਸਨ ਨੂੰ ਵੀ ਨਾ ਸਮਝਦੇ ਹੋਏ ਕੁਛ ਇਹਨਾਂ ਨੇ ਪੂਰਾ ਉਰੇ ਤਾਂਡਵ ਕੀਤਾ ਇਹਨਾਂ ਨੇ। ਸੋ ਇਹ ਮਾਹੌਲ ਖ਼ਰਾਬ ਹੋ ਗਿਆ ਸੀਗਾ ਬਹੁਤ ਜ਼ਿਆਦਾ। ਔਰ ਸਾਰਾ ਦਿਨ ਅਸੀਂ ਲੋਕ ਬੜੇ ਟੈਨਸ਼ਨ 'ਚ ਰਹੇ, ਕਿਉਂਕਿ ਇੱਕ ਮੰਦਿਰ ਦੀ ਬੇਕਦਰੀ ਜਿਹੜਾ ਹੈਗਾ, ਵਰਲਡ ਵਾਈਡ ਇਸ ਮੰਦਿਰ ਦੀ ਬਹੁਤ ਮਾਨਤਾ ਹੈਗੀ ਹੈ। ਔਰ ਜਿਹੜੇ ਬੰਦੇ ਉਰੇ ਅਟੈਕ ਕਰਨ ਵਾਲੇ ਸੀਗੇ, ਹਜ਼ਾਰਾਂ ਦੀ ਭੀੜ ਸੀਗੀ, ਉਹਨਾਂ 'ਚ ਮੈਨੂੰ ਲੱਗਦਾ ਵੀ ਕਾਫੀ ਫਾਲੋਅਰ ਵੀ ਹੋਣੇ ਇਸ ਮੰਦਿਰ ਦੇ। ਉਹਨਾਂ ਨੂੰ ਨਹੀਂ ਪਤਾ ਹੋਣਾ ਕਿ ਉਹ ਮੰਦਿਰ ਤੇ ਅਟੈਕ ਕਰਨ ਜਾ ਰਹੇ ਨੇ। ਪਰ ਕੁਛ ਜਿਹੜੇ ਉਪੱਦਰ ਵੀ ਜਿਹੜੇ ਅੱਗੇ ਹੋ ਕੇ 20-50 ਬੰਦੇ, ਉਹ ਮੰਦਿਰ ਤੇ ਹੀ ਅਟੈਕ ਕਰਨ ਦੀ ਸਿਰਫ ਸੋਚ ਨਾਲ ਉਸ ਭੀੜ ਨੂੰ ਇਕੱਠਾ ਕਰਕੇ ਲੈ ਕੇ ਆਏ ਸੀ। ਸੋ ਅਸੀਂ ਉਸ ਦੇ ਬਾਰੇ ਮੀਟਿੰਗ ਬੁਲਾਈ ਸੀ ਕਿ ਉਹਨਾਂ ਨੂੰ ਜਿਹੜਾ ਹੈਗਾ, ਦੋਨੋਂ ਪੱਖਾਂ ਨੂੰ, ਅਸੀਂ ਇਹ ਨਹੀਂ ਕਹਿੰਦੇ ਵੀ ਹਰੀ ਸਿੰਗਲੇ ਨੂੰ ਸਪੇਅਰ ਕਰਨੇ ਹੈ। ਅਸੀਂ ਮੀਟਿੰਗ 'ਚ ਇਹ ਡਿਸਾਈਡ ਕਰ ਰਹੇ ਸੀ ਵੀ ਇਹਨਾਂ ਤੇ ਸਟ੍ਰਿਕਟ ਐਕਸ਼ਨ ਲਿੱਤਾ ਜਾਵੇ, ਪਰਵਾਨੇ ਤੇ ਵੀ ਔਰ ਇਹ ਹਰੀ ਸਿੰਗਲੇ ਤੇ ਵੀ। ਔਰ ਜਿਹੜੇ ਨਾਲ ਜਿਹੜੇ ਉਰੇ ਇਹਨਾਂ ਦੇ ਹੋਰ ਨਾਲ ਜਿਹੜੇ ਸਹਿਯੋਗੀ ਆਏ ਸੀਗੇ ਦੰਗਾ ਕਰਨ, ਉਹਨਾਂ ਤੇ ਵੀ ਸਖਤ ਐਕਸ਼ਨ ਕੀਤਾ ਜਾਵੇ। ਔਰ ਜਿਵੇਂ ਅੱਜ ਵੀ ਅਸੀਂ ਖਬਰਾਂ ਦੇਖ ਰਹੇ ਹਾਂ ਕਿ ਇੱਕ ਕੋਈ ਨਿਹੰਗ ਸਿੰਘ ਵੀ ਬੜੀ ਅਭੱਦਰ ਭਾਸ਼ਾ ਜਿਹੜੀ ਹੈ ਮਾਂ ਦੁਰਗਾ ਲਈ, ਮਾਂ ਕਾਲੀ ਲਈ ਉਪਯੋਗ ਕਰ ਰਿਹਾ ਹੈਗਾ, ਜਿਹੜਾ ਕਿ ਬੜਾ ਮੰਦਭਾਗ ਹੈ। ਇਹੋ ਜਿਹੇ ਲੋਕਾਂ ਨੂੰ ਇਹੋ ਜਿਹੇ ਕੰਮ ਕਰਦੇ ਹੋਏ ਸ਼ਰਮ ਆਉਣੀ ਚਾਹੀਦੀ ਹੈ। ਔਰ ਨਾਲ-ਨਾਲ ਜਿਹੜੇ ਉਹਨਾਂ ਦੇ ਨਾਲ ਖੜੇ ਲੋਕਾਂ ਨੂੰ ਵੀ ਉਸ ਚੀਜ਼ ਦਾ ਵਿਰੋਧ ਕਰਨਾ ਚਾਹੀਦਾ ਸੀ। ਘੱਟੋ ਘੱਟ ਜੇ ਗੰਦਗੀ ਇਹੋ ਜਿਹੇ ਲੋਕ ਫੈਲਾਉਂਦੇ ਨੇ, ਗੰਦਗੀ ਘਰ ਦੇ, ਅਸੀਂ ਹਰੀਸ਼ ਸਿੰਗਲਾ ਨੂੰ ਜੇ ਕੱਲ੍ਹ ਉੱਥੇ ਲੋਕਾਂ ਨੇ ਉਹਦਾ ਜਵਾਬ ਦਿੱਤਾ, ਜਦੋਂ ਮੀਟਿੰਗ 'ਚ ਸ਼ਾਮ ਨੂੰ ਆਇਆ, ਉਹਦਾ ਆਉਣ ਦਾ ਬਣਦਾ ਨਹੀਂ ਸੀ। ਉਹ ਫਿਰ ਦੁਬਾਰਾ ਚਾਹੁੰਦਾ ਸੀ ਕਿ ਦੰਗਾ ਭੜਕੇ, ਲੋਕ ਬਾਹਰ ਜਾ ਕੇ ਪ੍ਰੋਟੈਸਟ ਕਰਨ, ਵੀ ਉਹ ਫੁਹਾਰਾ ਚੌਕ ਪ੍ਰੋਟੈਸਟ ਕਰ ਰਹੇ ਨੇ ਔਰ ਇਹ ਮੰਦਿਰ ਦੇ ਅੱਗੇ ਪ੍ਰੋਟੈਸਟ ਕਰਨ, ਤਾਂ ਕਿ ਦੁਬਾਰਾ ਝਗੜਾ ਹੋਵੇ। ਜੀ। ਪਰ ਉਦੋਂ ਫਿਰ ਜਦ ਲੋਕਾਂ ਦੇ ਵਿਰੋਧ ਦੇ ਨਾਲ ਉਹਦੇ ਨਾਲ ਕੋਈ ਇਹ ਨਹੀਂ, ਉਹਦੇ ਲੋਕਾਂ ਨੇ ਪੂਰੇ ਤਰੀਕੇ ਉਹਦੀ ਛਿੱਤਰ-ਪਰੇਡ ਕੀਤੀ ਹੈ। ਜਿਹਦੇ ਨਾਲ ਉਹਨੂੰ ਪਤਾ ਲੱਗਿਆ ਕਿ ਸਮਾਜਿਕ ਤੌਰ ਤੇ ਇਹਨਾਂ ਲੋਕਾਂ ਦੀ ਦੁਕਾਨਦਾਰੀ ਹੁਣ ਨਹੀਂ ਅੱਗੇ ਨੂੰ ਚੱਲਣੀ। ਔਰ ਸਾਡਾ ਇਹ ਓਪਨ ਵੀ ਐਲਾਨ ਹੈ ਵੀ ਜਿਹੜੇ ਬੰਦੇ ਵੀ ਮੰਦਿਰ ਦੇ ਲਈ ਦੁਰਉਪਯੋਗ ਕਰਨਗੇ, ਅਸੀਂ ਉਹਦਾ ਵਿਰੋਧ ਕਰਾਂਗੇ ਔਰ ਅੱਗੇ ਨੂੰ ਵੀ ਅਸੀਂ ਡਟ ਕੇ ਖੜਾਂਗੇ ਉਹਨਾਂ ਦੇ ਖਿਲਾਫ। ਚਾਹੇ ਜੋ ਮਰਜ਼ੀ ਹੈ, ਚਾਹੇ ਇਹ ਇੱਦਾਂ ਦੀ ਕੋਈ ਵਿਰੋਧੀ ਐਕਟੀਵਿਟੀਜ਼ ਕਰਨਗੇ, ਜੋ ਇਹਨਾਂ ਨੇ ਆਪਣੇ ਘਰ ਦਾ ਟਾਈਮ ਦਿੰਦਾ, ਆਪਣੇ ਕਿਤੇ ਬਾਹਰ ਦਾ ਟਾਈਮ ਨਾਲ ਲੜਾਈ ਕਰਨੀ ਸੀ। ਮੰਦਿਰ ਦਾ ਟਾਈਮ ਦੇਣਾ ਉਚਿਤ ਨਹੀਂ ਹੈ। ਮੰਦਿਰਾਂ 'ਚ ਲੜਾਈ ਨਹੀਂ, ਅਸੀਂ ਮੰਦਿਰਾਂ 'ਚ ਪੂਜਾ ਕਰਨ ਲਈ ਜਾਣਾ ਹੈ। ਅਸੀਂ ਉੱਥੇ ਹਰ ਧਰਮ ਦੇ, ਹਰ ਵਰਗ ਦੇ ਲੋਕਾਂ ਨੇ ਆਉਣਾ ਹੈ। ਉੱਥੇ ਇਹਨਾਂ ਦੇ ਘਰ ਦਾ ਮੰਦਿਰ ਨਹੀਂ ਹੈ ਵੀ ਇਹ ਉੱਥੇ ਮੰਦਿਰ ਸਾਡੀ ਸੁਸਾਇਟੀ ਨੂੰ, ਸਾਰੀ ਸਾਡੀ ਰਿਲੀਜਨ ਨੂੰ ਉਸ 'ਚ ਇਨਵੋਲਵ ਇਹਨਾਂ ਨੇ ਕਰ ਲਿਆ। ਅਸੀਂ ਬਿਲਕੁਲ ਇਸ ਤੋਂ ਦੂਰ ਹਾਂ। ਸਾਡਾ ਇਹਨਾਂ ਲੋਕਾਂ ਦੇ ਨਾਲ ਕੋਈ ਤਾਲੁਕ ਨਹੀਂ ਹੈ। ਅਸੀਂ ਜੇ ਇਹੋ ਜਿਹੀ ਹਰਕਤਾਂ ਕਰਨਗੇ, ਅਸੀਂ ਇਹਨਾਂ ਦਾ ਵਿਰੋਧ ਕਰਾਂਗੇ। ਜੀ। ਵਿਪਨ ਜੀ, ਇੱਕ ਦੇਖਿਆ ਜਾਵੇ ਜਿਸ ਤਰ੍ਹਾਂ ਦੇ ਨਾਲ ਹਰੀਸ਼ ਸਿੰਗਲਾ ਵੱਲੋਂ ਉਕਸਾਇਆ ਗਿਆ, ਕਿਉਂਕਿ ਦੇਖੋ
ਉਹ ਲੋਕ ਵੀ ਨੇ ਜਿਹੜੇ ਉਹ ਗੁਰਦੁਆਰਾ ਸਾਹਿਬ ਦੇ ਵਿੱਚ ਇਕੱਠੇ ਹੋ ਰਹੇ ਸੀਗੇ। ਤਾਂ ਉਸ ਤੋਂ ਬਾਅਦ ਜਿਹੜਾ ਪਤਾ ਲੱਗਿਆ ਕਿ ਉਕਸਾਇਆ ਗਿਆ ਇੱਕ ਤਰ੍ਹਾਂ ਦੇ ਨਾਲ, ਤਾਂ ਕੀ ਮਨਸ਼ਾ ਕੀ ਸੀਗੀ ਇਸ ਸਾਰੇ ਮਾਮਲੇ ਦੇ ਪਿੱਛੇ? ਕੀ ਲੱਗਦਾ ਹੈਗਾ ਤੁਹਾਨੂੰ, ਕੀ ਕਾਰਨ ਰਿਹਾ ਕਿ ਇਸ ਤਰ੍ਹਾਂ ਦੇ ਨਾਲ ਉਹਨਾਂ ਨੂੰ ਉਕਸਾ ਕੇ ਜਿਹੜਾ ਮੰਦਰ ਦਾ ਟਾਈਮ ਦੇਣਾ, ਕੀ ਨਿੱਜੀ ਮਫਾਦ ਦੇਖਦੇ ਹੋ ਤੁਸੀਂ? ਇਹ ਪਰਵਾਨੇ ਤੇ ਹਰੀ ਸਿੰਗਲੇ ਦਾ ਫਰੈਂਡਲੀ ਮੈਚ ਸੀ। ਤੁਸੀਂ ਇਹਦਾ ਇਨਕੁਆਇਰ ਜੇ ਐਡਮਿਨਿਸਟ੍ਰੇਸ਼ਨ ਕਰੇਗੀ ਤਾਂ ਲੇਟਰ ਔਰ ਸੋਨਰ ਇਹਦਾ ਪਤਾ ਲੱਗੂਗਾ ਕਿ ਇਹ ਸਾਰਾ ਇਹਨਾਂ ਦੀ ਸਿਕਿਉਰਿਟੀ ਦਾ, ਇਹਨਾਂ ਦੀ ਲੋਕਾਂ ਦੀ ਆਪਣੀ ਦੁਕਾਨਦਾਰੀ ਦੇ ਮਸਲੇ ਨੇ। ਇਹਨਾਂ ਨੂੰ ਪੁੱਛੋ ਵੀ ਇਹਨਾਂ ਦੀ ਬੈਕਗਰਾਉਂਡ, ਇਹਨਾਂ ਨੂੰ ਕੀ ਕਰਦੇ ਨੇ ਇਹ? ਨਾ ਤਾਂ ਇਹ ਪੜ੍ਹੇ ਲਿਖੇ ਨੇ, ਨਾ ਇਹਨਾਂ ਦੇ ਕੋਈ ਕਾਰੋਬਾਰ ਨੇ। ਇਹਨਾਂ ਦੇ ਕਾਰੋਬਾਰ ਹੀ ਇਸ ਤੋਂ ਹੀ ਚੱਲਦੇ ਨੇ ਕਿ ਇਹ ਲੋਕ ਧਾਰਮਿਕ ਮੁੱਦਿਆਂ ਨੂੰ ਭੜਕਾ ਕੇ ਚੰਦਾ ਇਕੱਠਾ ਕਰਦੇ ਨੇ ਔਰ ਸਿਰਫ ਇੱਦਾਂ ਦੀ ਇਹਨਾਂ ਦੀ ਲੋਕਾਂ ਦੀ ਸੋਚ ਹੈ। ਜਿਸ ਤਰ੍ਹਾਂ ਵਿਪਨ ਜੀ, ਸਾਰੇ ਜਿਹੜੀ ਕਮਿਊਨਿਟੀ ਹੈਗੀ ਆ, ਸਾਰੇ ਲੋਕਾਂ ਵੱਲੋਂ ਜਿਹੜਾ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਕਿ ਬੜੀ ਮੰਦਭਾਗੀ ਘਟਨਾ ਇਹ ਵਾਪਰੀ ਹੈਗੀ ਆ। ਲੇਕਿਨ ਕੀ ਕਹਿਣਾ ਚਾਹੋਗੇ, ਕਿਉਂਕਿ ਮੰਦਿਰ ਕਮੇਟੀ ਦੀ ਜਿਹੜੀ ਮੀਟਿੰਗ ਆ, ਉਹਦੇ ਵਿੱਚ ਵੀ ਨਹੀਂ ਸੱਦਿਆ ਗਿਆ ਸੀ ਇਹਨਾਂ ਨੂੰ। ਤਾਂ ਇੱਕ ਪਾਸੇ ਇਹਨਾਂ ਨੇ ਇਹ ਐਲਾਨ ਕੀਤਾ, ਜਦ ਕਿ ਆਪਾਂ ਗੱਲ ਕਰੀਏ ਪੰਜਾਬ ਦੀ, ਉਰੇ ਸਾਰੀ ਕਮਿਊਨਿਟੀ ਹੈਗੀ ਜਿਹੜੀ ਰਲ ਮਿਲ ਕੇ ਰਹਿੰਦੀ ਹੈ, ਕੋਈ ਅਜਿਹਾ ਮਾਮਲਾ ਸਾਹਮਣੇ ਨਹੀਂ ਆਉਂਦਾ ਕਿ ਖਾਲਿਸਤਾਨ ਦੀ ਗੱਲ ਹੋ ਰਹੀ ਹੈ, ਕੋਈ ਨਾਅਰੇਬਾਜ਼ੀ ਦੀ ਗੱਲ ਹੋ ਰਹੀ ਹੈ। ਤਾਂ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਕਿ ਕੀ ਕਾਰਨ ਰਹੇ? ਕੀ ਲੱਗਦਾ ਹੈਗਾ ਕਿ ਮਹਿਜ ਇੱਕ ਸਿਕਿਉਰਟੀਆਂ ਲੈਣ ਪਿੱਛੇ ਜਿਹੜਾ ਡਰਾਮਾ ਰਚਿਆ ਗਿਆ ਸੀ, ਜਾਂ ਫਿਰ ਇਹਦੇ ਪਿੱਛੇ ਕੋਈ ਹੋਰ ਨਿੱਜੀ ਮਫਾਦ ਜੁੜੇ ਹੋਏ? ਖਾਲਿਸਤਾਨ ਦਾ ਮੁੱਦਾ ਪੰਜਾਬ ਦਾ ਮੁੱਦਾ ਨਹੀਂ ਹੈ। ਨਾ ਉਰੇ ਦੇ ਲੋਕਾਂ ਦੇ ਮਨ 'ਚ ਹੈ, ਨਾ ਉਰੇ ਸਿੱਖਾਂ ਦੇ ਮਨ 'ਚ ਹੈ। ਇਹ ਕੁਛ ਬੰਦੇ ਆਪਣੀ ਦੁਕਾਨਦਾਰੀਆਂ ਚਲਾਉਣ ਲਈ ਖਾਲਿਸਤਾਨ ਦੇ ਮੁੱਦੇ ਨੂੰ ਜਿੰਦਾ ਕਰਕੇ ਬੈਠੇ ਨੇ। ਇਹ ਕਦੇ ਪਤਵੰਤ ਪੰਨੂ ਦਾ ਕਿਸੇ ਦਾ ਉਹ ਰੌਲਾ ਹੈ, ਕਿਸੇ ਦਾ ਉਰੇ ਦਾ ਰੌਲਾ ਹੈ, ਕਦੇ ਹਰੀ ਸਿੰਗਲੇ ਦਾ ਰੌਲਾ ਹੈ, ਕਦੇ ਕਿਸੇ ਦਾ ਰੌਲਾ ਹੈ। ਇਹਨਾਂ ਲੋਕਾਂ ਦੇ ਆਪਣੇ ਨਿੱਜੀ ਸਵਾਰਥ ਨੇ ਇਹ। ਆਮ ਪਬਲਿਕ 'ਚ ਤੁਸੀਂ ਕਿਸੇ ਨੂੰ ਪੁੱਛੋ ਕਿਸੇ ਨੇ ਖਾਲਿਸਤਾਨ ਤੋਂ ਕੀ ਲੈਣਾ ਹੈ? ਕਿਸੇ ਦਾ ਕੋਈ ਮੁੱਦਾ ਨਹੀਂ ਹੈ, ਸਿਰਫ ਇਹਨਾਂ ਲੋਕਾਂ ਦੇ ਆਪਣੇ ਮੁੱਦੇ ਨੇ, ਇਹਨਾਂ ਦੀ ਆਪਣੀ ਦੁਕਾਨਦਾਰੀ। ਜਿਸ ਤਰ੍ਹਾਂ ਗੱਲ ਕਰ ਲਈਏ, ਇੱਕ ਤਰ੍ਹਾਂ ਦੇ ਨਾਲ ਇਹ ਰਾਜਨੀਤਿਕ ਤੌਰ ਤੇ ਇਹਨਾਂ ਨੇ ਆਪਣੀ ਜਿਹੜੀ ਦੁਕਾਨਦਾਰੀ ਚਲਾਉਣੀ ਹੈ ਜਾਂ ਰਾਜਨੀਤੀ ਚਮਕਾਉਣੀ ਹੈ। ਦੇਖੋ, ਕੱਲ੍ਹ ਐਕਸ਼ਨ ਵੀ ਕੀਤਾ ਗਿਆ, ਜਿਹੜੀ ਸ਼ਿਵ ਸੈਨਾ, ਉਹਦੇ ਵੱਲੋਂ ਵੀ ਇਹਨਾਂ ਨੂੰ ਕੱਢ ਦਿੱਤਾ ਗਿਆ ਉਸ ਦੇ ਵਿੱਚੋਂ। ਕੀ ਹਿੰਦੂ ਕਮਿਊਨਿਟੀ ਹੈਗੀ ਜਿਹੜੀ, ਉਹਦੇ ਵੱਲੋਂ ਵੀ ਮੈਨੂੰ ਲੱਗਦਾ ਸਮਾਜਿਕ ਜਿਹੜਾ ਬਾਈਕਾਟ ਆ ਉਹ ਕੀਤਾ ਗਿਆ। ਤਾਂ ਕੱਲ੍ਹ ਵੀ ਤੁਸੀਂ ਮੰਗ ਕੀਤੀ ਸੀਗੀ ਕਿ ਇਹਨਾਂ 'ਤੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਕਿਹੋ ਜਿਹੀ ਕਾਰਵਾਈ ਹੈਗੀ ਜਿਹੜੀ ਹੋਣੀ ਚਾਹੀਦੀ ਹੈ? ਕਿਉਂਕਿ ਇਹ ਜਿਹੜੇ ਦੋਨੋਂ ਲੋਕ ਇਨਵੋਲਵ ਹੈਗੇ, ਜਿਸ ਤਰ੍ਹਾਂ ਦੇ ਨਾਂ ਆ ਰਹੇ ਨੇ। ਨੰਬਰ 1 ਤਾਂ ਅਸੀਂ ਲੋਕ ਜਿਹੜੇ ਹਾਂ, ਅਸੀਂ ਬਿਲਕੁਲ ਹੀ ਨਿਊਟਰਲ ਜਿਹੇ ਬੰਦੇ ਹਾਂ। ਸਾਡਾ ਇਹੋ ਜਿਹੇ ਸੰਸਥਾਵਾਂ ਨਾਲ ਕੋਈ ਤਾਲੁਕ ਨਹੀਂ। ਅਸੀਂ ਲੋਕ ਜਿਹੜੇ ਸਨਾਤਨ ਨੂੰ ਅੱਛੇ ਤਰੀਕੇ ਸਮਝਦੇ ਨੇ, ਸਨਾਤਨ ਨਾਲ ਜਿਹੜੇ ਲੋਕ ਚੱਲਦੇ ਨੇ, ਸਨਾਤਨ ਦੀ ਮਰਿਆਦਾ ਦਾ ਪਾਲਨ ਕਰਦੇ ਨੇ, ਅਸੀਂ ਉਹਨਾਂ ਦੇ ਲੋਕਾਂ ਦੇ ਨਾਲ ਹਾਂ। ਹਰ ਧਰਮ ਦੀ ਇੱਜ਼ਤ ਕਰਨਾ ਸਾਡਾ ਫਰਜ਼ ਹੈ। ਜਿਹੜੇ ਲੋਕੀ ਇਹੋ ਜਿਹੇ ਉਸ 'ਚ ਕਰਦੇ ਨੇ, ਸਾਡਾ ਬਿਲਕੁਲ ਇਹਨਾਂ ਨੂੰ ਅਸੀਂ ਬਾਈਕਾਟ ਕੀਤਾ ਇਹਨਾਂ ਦਾ, ਔਰ ਅੱਗੇ ਨੂੰ ਵੀ ਅਸੀਂ ਇਹਨਾਂ ਦਾ ਬਾਈਕਾਟ ਜਿਸ ਤਰ੍ਹਾਂ ਆਪਣੇ ਤੌਰ ਤੇ ਅਸੀਂ ਕਰਦੇ ਰਹਾਂਗੇ। ਅਸੀਂ ਨਹੀਂ ਚੱਲਦੇ ਇਹਨਾਂ ਨੂੰ ਆਪਣੇ ਉਸ 'ਚ। ਸਾਡਾ ਕਿਸੇ ਵੀ ਸਿਆਣਾ ਨਾਲ, ਕਿਸੇ ਵੀ ਉਹਦੇ ਨਾਲ ਸਾਡਾ ਕੋਈ ਤਾਲੁਕਾਤ ਨਹੀਂ। ਅਸੀਂ ਸਿਰਫ ਸਨਾਤਨੀ ਹਾਂ। ਅਸੀਂ ਸਨਾਤਨ ਦੇ ਲਈ ਵਚਨਬੱਧ ਹਾਂ ਕਿ ਅੱਗੇ ਨੂੰ ਦੇਖੋ, ਜੋ ਹੋਇਆ ਮੰਦਭਾਗ ਹੈ, ਸਾਡੇ ਦਿਲ ਤੇ ਬਹੁਤ ਗਹਿਰੀ ਸੱਟ ਹੈ। ਬਹੁਤ ਗਹਿਰੀ ਸੱਟ ਹੈ, ਬਹੁਤ ਤੜਫਣਾ ਸਾਡੇ ਦਿਲ 'ਚ ਵੀ ਇਹ ਐਡੀ ਜਲਾਲਤ ਔਰ ਐਡੀ ਉਹ ਜੋ ਕਰਿਆ ਇਹਨਾਂ ਨੇ, ਤਾਂਡਵ ਕਰਿਆ, ਇਹ ਬੜਾ ਮਤਲਬ ਕਿ ਬਹੁਤ ਜ਼ਿਆਦਾ ਸਾਡੇ ਲਈ ਡਿਸਹਾਰਟਡ ਰਿਹਾ ਸਾਰਾ। ਅਸੀਂ ਸਰੀਰਕ, ਮਾਨਸਿਕ ਰੂਪ ਤੇ ਦੋਨੋਂ ਤੌਰ ਤੇ ਅਸੀਂ ਲੋਕ ਇੰਜਰਡ ਹਾਂ ਬਹੁਤ ਬੁਰੇ ਤਰੀਕੇ। ਸੋ ਇਹਦਾ ਸਾਰਾ ਜਿਹੜਾ ਹੈਗਾ ਜ਼ਿੰਮੇਦਾਰ ਇਹ ਦੋਨੋਂ ਹੀ ਨੇ ਹੈਗੇ ਨੇ, ਜਿਹੜੇ ਕਲਪ੍ਰੀਟ ਨੇ ਹੈਗੇ ਨੇ, ਔਰ ਜਿਹੜੇ ਇਹਨਾਂ ਦੇ ਸਹਿਯੋਗੀ ਨੇ। ਇਹਨਾਂ ਨੂੰ ਗੌਰਮੈਂਟ ਸਖਤ ਤੋਂ ਸਖਤ ਸਜ਼ਾ ਦੇਵੇ। ਦੇਖੋ, ਇਹਨਾਂ ਤੇ NSA ਲੱਗੇ, ਇਹਨਾਂ ਤੇ ਜੋ ਐਕਟ ਬਣਦਾ, ਦੇਸ਼ ਵਿਰੋਧ ਦਾ ਵੀ ਰਾਤ ਸੁਣਦਾ ਸੀ ਮੈਂ ਟੀਵੀ 'ਚ ਕਿ ਇਹਨਾਂ ਤੇ ਦੇਸ਼ ਵਿਰੋਧ ਦਾ ਐਕਟ ਬਿਲਕੁਲ ਲੱਗਣਾ ਚਾਹੀਦਾ ਜੀ। ਜਿਹੜੇ ਸਮਾਜ ਨੂੰ ਭੜਕਾ ਕੇ ਆਪਣੀ ਦੁਕਾਨਦਾਰੀਆਂ ਚਲਾ ਰਹੇ ਨੇ, ਕੀ ਮਤਲਬ ਇਹਨਾਂ ਲੋਕਾਂ ਦਾ? ਸਿਕਿਉਰਿਟੀ ਲੈ ਕੇ ਇਹ ਲੋਕ ਵਸੂਲੀਆਂ ਕਰਦੇ ਨੇ, ਜਾਂ ਇਹ ਭੜਕਾ ਕੇ ਵਸੂਲੀਆਂ ਇਹ ਠੀਕ ਹੈ ਕੀ ਗੱਲ ਇਹ? ਇਹ ਸਾਡੇ ਹਿੰਦੂ ਸਮਾਜ ਨੂੰ ਵੀ ਸਮਝਣੀ ਚਾਹੀਦੀ ਹੈ, ਇਹ ਸਿੱਖ ਸਮਾਜ ਨੂੰ ਵੀ ਸਮਝਣੀ ਚਾਹੀਦੀ ਹੈ ਕਿ ਹੁਣ ਵਕਤ ਹੈ, ਆਪਣਾ ਘਰ ਦੇ ਕੂੜਿਆਂ ਨੂੰ ਸਾਫ਼ ਕਰ ਲਓ। ਇਹ ਘਰ ਦੇ ਕੂੜੇ ਨੇ, ਇਹ ਸਾਡੇ ਘਰ ਦੇ ਗੰਦਗੀਆਂ ਨੇ, ਇਹਨਾਂ ਨੂੰ ਸਾਫ਼ ਕਰ ਲੈਣਗੇ, ਚੰਗੇ ਰਹਾਂਗੇ। ਸਾਡਾ ਭਾਈਚਾਰਾ ਬੜਾ ਮਜ਼ਬੂਤ ਭਾਈਚਾਰਾ ਹੈ। ਸਾਡੇ ਜਿਹੜੇ ਦੋਸਤ ਨੇ, ਜਿਵੇਂ ਅਸੀਂ ਲਾਲੀ ਮਲਤਾਨੀ ਜੀ ਵੀ ਬੈਠੇ ਨੇ, ਸਾਡੇ ਹੋਰ ਵੀ ਦੋਸਤ ਨੇ ਜਿਹੜੇ ਅੱਜ ਆਏ ਨੇ ਉੱਥੇ, ਕਈ ਸਿੱਖ ਪਰਿਵਾਰ ਨੂੰ ਬਿਲੋਂਗ ਕਰਦੇ ਸੀ। ਉਹਨਾਂ ਨੇ ਵੀ ਇਹੀ ਇੱਕੋ ਗੱਲ ਕਹੀ ਹੈ ਕਿ ਇਹ ਬਹੁਤ ਚੰਗਾ, ਮੈਂ ਨਹੀਂ ਕਹਿੰਦਾ ਕਿ ਸਾਡਾ ਕੋਈ ਸੋਚਿਆ ਸਮਝਿਆ ਵੀ ਅਸੀਂ ਉਹਨੂੰ ਕੱਢਣਾ ਉੱਥੋਂ ਮੀਟਿੰਗ 'ਚੋਂ ਜਾਂ ਭਜਾਉਣਾ, ਪਰ ਸਾਡੇ ਦਿਲ 'ਚ ਇੱਕ ਰੋਸ ਸੀ ਵੀ ਅਸੀਂ ਕਿਸੇ ਗੰਦੇ ਬੰਦੇ ਨੂੰ ਆਪਣੇ ਨਾਲ ਖੱਬੇ ਸੱਜੇ ਨਹੀਂ ਖੜਾਉਣਾ। ਅਸੀਂ ਸਿਰਫ ਸਨਾਤਨ ਦੇ ਲਈ ਖੜੇ ਹਾਂ। ਸਨਾਤਨ ਲਈ ਅਸੀਂ ਹਰ ਉਹਦੇ ਲਈ ਸਾਡਾ ਬਲਿਦਾਨ, ਸਾਡਾ ਤਿਆਗ, ਅਸੀਂ ਤਿਆਰ ਹਾਂ। ਪਰ ਇਹੋ ਜਿਹੇ ਗੰਦੇ ਬੰਦਿਆਂ ਨਾਲ ਅਸੀਂ ਕੋਈ ਤਾਲੁਕਾਤ ਨਹੀਂ ਰੱਖਾਂਗੇ। ਵਿਪਨ ਜੀ, ਇੱਕ ਜੇਕਰ ਦੇਖਿਆ ਜਾਵੇ, ਜਿਸ ਤਰ੍ਹਾਂ ਦੇ ਨਾਲ
ਕਾਲੀ ਮਾਤਾ ਮੰਦਿਰ ਦੀ ਜਿਹੜੀ ਆਪਾਂ ਗੱਲ ਕਰ ਲਈਏ, ਆਪਣੇ ਜਿਹੜੇ ਇੱਥੋਂ ਦੇ ਲੋਕ ਹੈਗੇ ਜਾਂ ਫਿਰ ਬਾਹਰੋਂ ਵੀ ਬਹੁਤ ਦੂਰੋਂ ਦੂਰੋਂ ਲੋਕ ਨੇ ਜਿਹੜੇ ਆਪਣੇ ਹਿੰਦੂ ਕਮਿਊਨਿਟੀ ਦੇ ਜਿੰਨੇ ਲੋਕ ਨੇ ਉਹ ਵੀ ਆਉਂਦੇ ਨੇ, ਤਾਂ ਉਸ ਤੋਂ ਜ਼ਿਆਦਾ ਸਿੱਖ ਕਮਿਊਨਿਟੀ ਦੇ ਲੋਕ ਨੇ ਜਿਹੜੇ ਉਹ ਆਉਂਦੇ ਨੇ। ਤਾਂ ਇਹ ਕੀ ਤੁਹਾਨੂੰ ਲੱਗਦਾ ਹੈਗਾ ਕਿ ਇਹ ਲੋਕ ਜਾਣ-ਬੁੱਝ ਕੇ ਅਜਿਹੇ ਕੰਮ ਕਰਦੇ ਨੇ ਕਿ ਇਹ ਜਿਹੜੇ ਲੋਕਾਂ ਨੂੰ ਆਮੋ-ਸਾਹਮਣੇ ਕੀਤਾ ਜਾਵੇ? ਮੁੱਖ ਕਾਰਨ ਕੀ ਸਾਹਮਣੇ ਆਉਂਦਾ ਕਿ ਜਾਂ ਫਿਰ ਮਹਿਜ ਸਿਰਫ ਇਹ ਜਿਹੜੀ ਸਰਕਾਰ ਹੁਣ ਇਹਨਾਂ ਦੀਆਂ ਜਿਹੜੀਆਂ ਸਿਕਿਉਰਟੀਆਂ ਵਾਪਸ ਲੈਣ ਦੀ ਗੱਲ ਕਰ ਰਹੀ ਸੀ, ਉਸ ਨੂੰ ਲੈ ਕੇ ਇਹ ਸਾਰਾ ਡਰਾਮਾ ਰਚਿਆ ਗਿਆ? ਤੁਹਾਡੇ ਸਵਾਲ 'ਚ ਹੀ ਇਸ ਚੀਜ਼ ਦਾ ਜਵਾਬ ਹੈ। ਦੇਖੋ ਜਿਹੜੀ ਸੰਗਤ ਆਉਂਦੀ ਹੈ, ਮੇਰੇ ਮੁਤਾਬਿਕ ਜਿਹੜੇ ਭਰਵੇਂ ਦਿਨ ਹੁੰਦੇ ਨੇ, ਜਿਵੇਂ ਆਪਣਾ ਸੈਟਰਡੇ ਜਾਂ ਕੋਈ ਬਸੰਤ ਪੰਚਮੀ ਹੈ ਜਾਂ ਤਿਰੋਸੀ ਹੈ ਜਾਂ ਕੁਛ ਹੋਰ ਹੈ, ਜਦੋਂ ਗੁਰਦੁਆਰਾ ਸਾਹਿਬ ਆਉਣਾ ਤਾਂ ਉਹਨਾਂ ਨੇ ਸੰਗਤ ਨੇ ਉਨੇ ਹੀ ਸ਼ਰਧਾ ਨਾਲ ਉਰੇ ਵੀ ਜ਼ਰੂਰ ਆਉਣਾ। ਦੇਖੋ 70% ਬੰਦੇ ਜਦੋਂ ਨਰਾਤਿਆਂ 'ਚ ਇਹਨਾਂ ਲੋਕਾਂ 'ਚ ਮਤਲਬ ਜਿਹੜੇ ਹੁੰਦੇ ਨੇ ਸਾਡੇ, ਇਹ ਜਿਹੜੇ ਪਿੰਡਾਂ ਤੋਂ ਸਾਡੀ ਸੰਗਤ ਜੁੜਦੀ ਹੈ, ਔਰ ਕੋਈ ਧਰਮ ਦਾ ਮਸਲਾ ਨਹੀਂ। ਉੱਥੇ ਸਾਰੇ ਹੀ ਜਿਹੜੇ ਸਾਡੇ ਲੋਕਲ ਬਰਾਦਰੀਆਂ ਨੇ, ਚਾਹੇ ਜੱਟ ਬਰਾਦਰੀ ਹੈ, ਚਾਹੇ ਕੋਈ ਬਰਾਦਰੀ ਹੈ, ਚਾਹੇ ਉਹ ਜਰਨਲ ਹੈ, ਚਾਹੇ ਉਹ ਬੀਸੀ ਹੈ, ਚਾਹੇ ਐਸਸੀ ਬਰਾਦਰੀ ਹੈ, ਸਾਰੇ ਹੀ ਜਿਸ ਵੀ, ਚਾਹੇ ਮਜ਼੍ਹਬੀ ਸਿੱਖ ਨੇ, ਚਾਹੇ ਰਾਏ ਸਿੱਖ ਨੇ, ਜੋ ਵੀ ਹੈ, ਸਾਰੇ ਬੜੇ ਇਹਦੇ ਨਾਲ ਜੁੜੇ ਹੋਏ ਨੇ। ਮਾਤਾ ਦੇ ਮੰਦਰ ਦੀ ਸਭ ਦੇ ਪ੍ਰਤੀ ਬਹੁਤ, ਮਾਤਾ ਦੇ ਪ੍ਰਤੀ ਸਭ ਬਹੁਤ ਸ਼ਰਧਾ ਰੱਖਦੇ ਨੇ। ਔਰ ਮੈਂ ਕਹਿੰਦਾ ਸਾਡੇ ਨਾਲੋਂ ਜਿਹੜੇ ਅਸੀਂ ਕਹਿੰਦੇ ਆ ਬ੍ਰਾਹਮਣ ਜਾਂ ਹਿੰਦੂ ਜਾਂ ਫਲਾਣਾ, ਉਸ ਤੋਂ ਜ਼ਿਆਦਾ ਜਨੂੰਨ ਨਾਲ ਉਹ ਤਪਦੀ ਸੜਕ ਤੇ ਜਦੋਂ ਖੜੇ ਹੁੰਦੇ ਸਾਡਾ ਦਿਲ ਹੁੰਦਾ। ਹਰ ਵਾਰ ਅਸੀਂ ਸੋਚਦੇ ਹਾਂ ਵੀ ਨਾਲੇ ਕੁਝ ਅੱਛਾ ਕਰਾਂਗੇ, ਪ੍ਰਸ਼ਾਸਨ ਤੋਂ ਅੱਛਾ ਕਰਾਵਾਂਗੇ, ਪਰ ਅਸੀਂ ਕਈ ਵਾਰ ਨਹੀਂ ਕਰ ਪਾਉਂਦੇ। ਅਸੀਂ ਦੇਖਦੇ ਹਾਂ ਉਹਨਾਂ ਦੀ ਸ਼ਰਧਾ ਦੇਖ ਕੇ ਸਾਨੂੰ ਇਹ ਲੱਗਦਾ ਹੈ ਕਿ ਉਹਨਾਂ ਦੇ ਦਿਲ ਨੂੰ ਵੀ ਉਨੀ ਠੇਸ ਹੋਣੀ ਹੈ ਜਿੰਨੇ ਕਿ ਅੱਜ ਮੇਰੇ ਦਿਲ ਤੇ ਠੇਸ ਹੈ। ਸੋ ਇਹਨਾਂ ਦੀ ਜਿਹੜੀ ਸਿਕਿਉਰਟੀਆਂ ਦਾ, ਇਹ ਤਾਂ ਤੁਹਾਡੇ ਜਵਾਬ ਤੁਹਾਡੇ ਆਪਣੇ 'ਚ ਹੀ ਹੈ। ਦੇਖੋ ਸਿਕਿਉਰਟੀਆਂ ਲਈ ਤਾਂ ਮਰੇ ਫਿਰਦੇ ਨੇ ਲੋਕ। ਇਹਨਾਂ ਨੂੰ ਐਂ ਹੁੰਦਾ ਸਿਕਿਉਰਟੀ ਨਹੀਂ ਹੋਊਗੀ ਤਾਂ ਇਹ ਫਿਰ ਦੇਣ ਨਾ ਬਿਆਨ। ਇਹ ਜਦੋਂ ਸਿਕਿਉਰਟੀ ਨਾ ਹੋ ਲੈ ਕੇ ਫਿਰ ਇਹ ਪਤਵੰਤ ਪੰਨੂ ਨੂੰ ਕਹਿਣ, ਫਿਰ ਇਹ ਇਹਨਾਂ ਨੂੰ ਚੈਲੰਜ ਕਰਨ, ਇਹ ਪਿੰਡਾਂ ਵਾਲੇ ਗਰੁੱਪ ਨੂੰ ਚੈਲੰਜ ਕਰਨ। ਸਾਨੂੰ ਕੋਈ ਓਬਜੈਕਸ਼ਨ ਨਹੀਂ, ਕਰੋ ਜੋ ਮਰਜ਼ੀ ਕਰੋ, ਸਭ ਦਾ ਡੈਮੋਕ੍ਰੈਟਿਕ ਰਾਈਟ ਹੈ। ਪਰ ਤੁਸੀਂ ਇੱਕ ਮੰਦਿਰ ਦੇ ਉਸ 'ਚ ਤੁਸੀਂ ਇੱਕ ਰਿਲੀਜਨ ਨੂੰ ਰੱਖ ਕੇ ਤੁਸੀਂ ਸਾਨੂੰ ਇਹਨਾਂ ਨੂੰ ਚੈਲੰਜ ਨਾ ਕਰਨਾ ਹੈ। ਪਰਸਨਲੀ, ਇੰਡੀਵਿਜੂਅਲੀ ਜੋ ਮਰਜ਼ੀ ਕੋਈ ਕਰੇ, ਸਾਨੂੰ ਇਤਰਾਜ਼ ਨਹੀਂ, ਪਰ ਸਾਡਾ ਵਿਰੋਧ ਇਹਨਾਂ ਲੋਕਾਂ ਦੇ ਪ੍ਰਤੀ ਤਾਂ ਵੀ ਰਹੇਗਾ, ਅੱਜ ਵੀ ਹੈ ਔਰ ਰਹੇਗਾ ਵੀ। ਵਿਪਨ ਜੀ, ਇੱਕ ਆਈਜੀ ਸਾਹਿਬ ਤੇ ਐਸਐਸਪੀ ਸਾਹਿਬ ਦਾ ਤਬਾਦਲਾ ਕਰ ਦਿੱਤਾ ਗਿਆ, ਐਸਪੀ ਸਿਟੀ ਦਾ ਵੀ ਤਬਾਦਲਾ ਕਰ ਦਿੱਤਾ ਗਿਆ। ਪ੍ਰਸ਼ਾਸਨ ਦੀ ਭੂਮਿਕਾ ਕਿਸ ਤਰ੍ਹਾਂ ਦੇਖਦੇ ਹੋ? ਕਿਉਂਕਿ ਦੇਖੋ ਜਿਸ ਤਰ੍ਹਾਂ ਦੇ ਨਾਲ ਕਈ ਵਾਰੀ ਅੰਦੋਲਨ ਹੁੰਦੇ ਨੇ, ਕੋਈ ਕਿਸਾਨ ਅੰਦੋਲਨ ਹੋ ਗਿਆ ਜਾਂ ਉਹਨਾਂ ਨੇ ਕਹਿਤਾ ਅਸੀਂ ਸੜਕਾਂ ਰੋਕਣੀਆਂ ਨੇ, ਤਾਂ ਪੁਲਿਸ ਪ੍ਰਸ਼ਾਸਨ ਇੱਕ ਦਿਨ ਪਹਿਲਾਂ ਹੀ ਉਹਨਾਂ ਨੂੰ ਡਿਟੇਨ ਕਰ ਲੈਂਦਾ ਹੈ। ਤਾਂ ਇੱਥੇ ਅਜਿਹਾ ਕਿਉਂ ਨਹੀਂ ਦਿਖਾਇਆ ਗਿਆ ਪ੍ਰਸ਼ਾਸਨ ਵੱਲੋਂ ਕਿ ਹਰੀਸ਼ ਸਿੰਘਲਾ ਨੂੰ ਪਹਿਲਾਂ ਹੀ ਡਿਟੇਨ ਕੀਤਾ ਜਾਂਦਾ ਜਾਂ ਉਹਨੂੰ ਘਰ ਦੇ ਵਿੱਚ ਹਾਊਸ ਅਰੈਸਟ ਕਰ ਦਿੱਤਾ ਜਾਂਦਾ, ਤਾਂ ਇਹ ਸਾਰਾ ਘਟਨਾਕ੍ਰਮ ਮੈਨੂੰ ਲੱਗਦਾ ਵੀ ਨਾ ਵਾਪਰਦਾ। ਕਿਸ ਤਰ੍ਹਾਂ ਦੇਖਦੇ ਹੋ? ਦੇਖੋ ਮੈਨੂੰ, ਦੇਖੋ ਕੁਛ ਗਲਤੀਆਂ ਤਾਂ ਹੋ ਗਈਆਂ ਨੇ, ਬਟ ਆਪਾਂ ਜੇ ਕਹੀਏ ਇਹਨੂੰ ਵੀ ਅੰਡਰ ਐਸਟੀਮੇਟ ਕਰ ਗਏ ਸਾਰੇ ਇਹ, ਵੀ ਇਹਨਾਂ ਨੂੰ ਸੀ ਨਹੀਂ ਵੀ ਐਡਾ ਬੜਾ ਹਜੂਮ ਇੱਕਦਮ, ਕਿਉਂਕਿ ਉਹਨਾਂ ਨੇ ਜਿਸ ਤਰੀਕੇ ਨਾਲ ਹਜੂਮ ਇਕੱਠਾ ਕੀਤਾ ਹੈ, ਇਹ ਸ਼ਾਇਦ ਇੰਟੈਲੀਜੈਂਸ ਦੀ ਫੇਲਿਅਰ ਹੈ। ਬਾਕੀ ਐਂ ਵੀ ਗਲਤੀ ਹੋ ਵੀ ਜਾਂਦੀ ਹੈ। ਦੇਖੋ ਅਫਸਰ ਨੂੰ ਕਈ ਵਾਰ ਨਹੀਂ ਪਤਾ ਹੁੰਦਾ ਵੀ ਇਹ ਕੋਈ ਰੋਜ਼ ਗਾਰਡਨ ਇਕੱਠਾ ਸੀ, ਕੋਈ ਦੁੱਖ ਨਿਵਾਰਨ ਇਕੱਠਾ ਸੀ, ਕੋਈ ਫੁਹਾਰਾ ਚੌਂਕ ਇਕੱਠਾ ਸੀ। ਅੱਜ ਕੱਲ੍ਹ ਟੈਲੀਫੋਨਿਕ ਉਸ 'ਚ ਉਹਨਾਂ ਨੇ ਸਾਰਿਆਂ ਨੇ ਫਿਰ ਇੱਕਦਮ ਹਜੂਮ ਇਕੱਠਾ ਕਰ ਲਿਆ। ਹਾਂ, ਇਹ ਜ਼ਰੂਰ ਹੈ ਵੀ ਜੇ ਕੱਲ੍ਹ ਹੀ ਇੰਟਰਨੈਟ ਬੰਦ ਕਰ ਦਿੰਦੇ, ਟੈਲੀਫੋਨ ਬੰਦ ਕਰ ਦਿੰਦੇ, ਐਡੇ ਬੜੇ ਹਾਦਸਾ ਨਾ ਹੁੰਦਾ। ਔਰ ਇਹਨਾਂ ਨੂੰ ਵੀ ਆਸ ਨਹੀਂ ਸੀ, ਅਫਸਰਾਂ ਨੂੰ ਵੀ ਆਸ ਨਹੀਂ ਸੀ ਵੀ ਐਡਾ ਬੜਾ ਆਫਿਸਰ ਨੂੰ, ਮੈਂ ਕੋਈ ਪੈਰਵਾਈ ਨਹੀਂ ਕਰਦਾ ਕਿਸੇ ਉਹਦੀ, ਵੀ ਕੋਈ ਠੀਕ ਆ ਕੋਈ ਗਲਤ ਹੈ। ਦੇਖੋ ਜਦੋਂ ਕੋਈ ਸੀਟ ਤੇ ਬੈਠਾ ਹੁੰਦਾ, ਕਿਸੇ ਦਾ ਦਿਲ ਨਹੀਂ ਕਰਦਾ ਕਿ ਮੇਰੇ ਏਰੀਏ 'ਚ ਕੋਈ ਇੱਦਾਂ ਦਾ ਵਾਇਲੈਂਸ ਕ੍ਰੀਏਟ ਹੋਵੇ, ਠੀਕ ਹੈ ਨੇ। ਨਾ ਤਾਂ ਐਸਐਸਪੀ ਦਾ ਦਿਲ ਸੀ ਵੀ ਕੋਈ ਇੱਦਾਂ ਦਾ ਹੋਵੇ। ਕੋਈ ਜਿਹੜਾ ਹੋਇਆ ਇਹ ਮੰਦਭਾਗਾ ਹੈ। ਇਹ ਜਿਹੜੇ ਇੰਟੈਲੀਜੈਂਸ ਦੀ ਥੋੜ੍ਹੀ ਜਿਹੀ ਮਤਲਬ ਕਮਜ਼ੋਰੀ ਰਹਿ ਗਈ, ਉਹਨਾਂ ਕੋਲ ਨਹੀਂ ਰਿਪੋਰਟ ਪ੍ਰੋਪਰ ਪਹੁੰਚੀ, ਜਿਹਦੇ ਕਰਕੇ ਇਹ ਸਾਰਾ ਮਤਲਬ ਸਾਰਾ ਹਾਦਸਾ ਹੋਇਆ। ਸੋ ਤੁਹਾਨੂੰ ਦੱਸ ਦਈਏ ਕਿ ਅਕਸਰ ਇਹ ਕਿਹਾ ਜਾਂਦਾ ਕਿ ਜੇਕਰ ਕੋਈ ਵੀ ਪਟਿਆਲਾ ਦੇ ਦੁੱਖ ਨਿਵਾਰਨ ਸਾਹਿਬ ਮੱਥਾ ਟੇਕਣ ਆਉਂਦਾ ਹੈ, ਤਾਂ ਉਹ ਕਦੇ ਵੀ ਅਜਿਹਾ ਨਹੀਂ ਹੋਇਆ ਕਿ ਉਹ ਕਾਲੀ ਮਾਤਾ ਮੰਦਿਰ ਆ ਕੇ ਨਮਸਤਕ ਨਾ ਹੋਇਆ ਹੋਵੇ। ਕਿਉਂਕਿ ਅਕਸਰ ਕਿਹਾ ਜਾਂਦਾ ਕਿ ਜਿਹੜਾ ਅਗਰ ਕਾਲੀ ਮਾਤਾ ਦੇ ਮੰਦਿਰ ਆਏ ਹੋ ਤਾਂ ਦੁੱਖ ਨਿਵਾਰਨ ਸਾਹਿਬ ਮੱਥਾ ਨਹੀਂ ਟੇਕਦੇ ਤਾਂ ਵੀ ਮੱਥਾ ਨਹੀਂ ਲੱਗਦਾ, ਜੇਕਰ ਕਾਲੀ ਮਾਤਾ ਮੰਦਿਰ ਮੱਥਾ ਨਹੀਂ ਟੇਕਦੇ ਤਾਂ ਵੀ ਮੱਥਾ ਨਹੀਂ ਲੱਗਦਾ। ਤਾਂ ਸ਼ਰਧਾ ਹੈਗੀ ਜਿਹੜੀ ਲੋਕਾਂ ਦੇ ਵਿੱਚ, ਅਥਾਹ ਸ਼ਰਧਾ, ਜਿਸ ਤਰ੍ਹਾਂ ਦੇ ਨਾਲ ਵਿਪਨ ਜੀ ਨੇ ਦੱਸਿਆ ਕਿ ਕੁਝ ਜਿਹੜੇ ਗੈਰ ਸਮਾਜਿਕ ਲੋਕ ਹੈਗੇ ਇਹਨਾਂ ਵੱਲੋਂ ਭਾਈਚਾਰੇ ਦੇ ਵਿੱਚ ਪਾੜ ਪਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਤਾਂ ਇਹਨਾਂ ਦੇ ਕੋਲ ਵੀ ਜਿਹੜੇ ਸੱਜਣ ਸਨੇਹੀ ਨੇ ਆਏ ਹੋਏ ਨੇ, ਗੱਲ ਕਰ ਲੈਂਦੇ ਹਾਂ। ਲਾਲੀ ਮੁਲਤਾਨੀ ਜੀ ਨੇ, ਸਿੱਖ ਕਮਿਊਨਿਟੀ ਦੇ ਨਾਲ ਸੰਬੰਧ ਰੱਖਦੇ ਨੇ, ਉਹਨਾਂ ਨਾਲ ਗੱਲਬਾਤ ਕਰ ਲੈਂਦੇ ਹਾਂ। ਲਾਲੀ ਜੀ, ਕੀ ਕਹੋਗੇ ਇਸ ਮਾਮਲੇ ਨੂੰ ਲੈ ਕੇ, ਜਿਸ ਤਰ੍ਹਾਂ ਦਾ ਇਹ ਕੱਲ ਘਟਨਾਕ੍ਰਮ ਹੋਇਆ? ਤਾਂ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ? ਕਿਉਂਕਿ ਦੇਖੋ ਕੁਝ ਨਿੱਜੀ ਮਫਾਦਾਂ ਨੂੰ ਅੱਗੇ ਰੱਖ ਕੇ ਇਹ ਜਿਹੜਾ ਸਾਰਾ ਐਪੀਸੋਡ ਕ੍ਰੀਏਟ ਕੀਤਾ ਗਿਆ, ਇੱਕ ਤਰ੍ਹਾਂ ਦੇ ਨਾਲ ਮੰਦਿਰ ਦੇ ਸਾਹਮਣੇ ਜਿਹੜਾ ਲੋਕਾਂ ਨੂੰ ਇਕੱਠਾ ਕਰਨਾ ਹਰੀਸ਼ ਸਿੰਘਲਾ ਵੱਲੋਂ, ਕਿਸ ਤਰ੍ਹਾਂ ਦੇਖਦੇ ਹੋ ਸਾਰੀ ਗੱਲ ਨੂੰ? ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਜੀ ਸਾਰੇ ਸਰੋਤਿਆਂ ਨੂੰ।
ਤੁਹਾਡੇ ਟੀਵੀ ਚੈਨਲ ਦਾ ਬਹੁਤ-ਬਹੁਤ ਧੰਨਵਾਦ। ਕੱਲ੍ਹ ਜੋ ਮੰਦਭਾਗੀ ਘਟਨਾ ਵਾਪਰੀ ਆ, ਉਹ ਕੱਲੀ ਹਿੰਦੂ ਸਮਾਜ ਲਈ ਨਹੀਂ, ਸਿੱਖ ਸਮਾਜ ਲਈ ਵੀ ਓਡਾ ਹੀ ਵੱਡਾ ਧੱਕਾ ਆ, ਕਿਉਂਕਿ ਜਿਵੇਂ ਸਾਡੇ ਵਿਪਨ ਸ਼ਰਮਾ ਜੀ ਨੇ ਦੱਸਿਆ ਕਿ ਜਿੰਨੇ ਲੋਕ ਬਾਹਰੋਂ ਪਿੰਡਾਂ ਦੇ ਵਿੱਚੋਂ, ਮਾਲਵੇ ਦੇ ਵਿੱਚੋਂ, ਪੂਰੇ ਪੰਜਾਬ ਦੇ ਵਿੱਚੋਂ ਇੱਥੇ ਦੁਖਨਿਵਾਰਨ ਸਾਹਿਬ ਮੱਥਾ ਟੇਕਣ ਆਉਂਦੇ ਆ, ਨਤਮਸਤਕ ਹੋਣ ਆਉਂਦੇ ਆ, ਉਹ ਉਦੋਂ ਤੱਕ ਆਪਣੀ ਯਾਤਰਾ ਨੂੰ ਸਫਲ ਨਹੀਂ ਮੰਨਦੇ ਜਦੋਂ ਤੱਕ ਕਾਲੀ ਮਾਤਾ ਮੰਦਿਰ ਦੇ ਵਿੱਚ ਉਹ ਨਤਮਸਤਕ ਨਹੀਂ ਹੁੰਦੇ। ਤਾਂ ਜੋ ਇਹਨਾਂ ਨੇ ਕੱਲ੍ਹ ਗੰਦੀ ਰਾਜਨੀਤੀ ਕਹਿ ਲਓ, ਖੇਡ ਖੇਡੀ ਆ, ਸਿਰਫ਼ ਆਪਣੀਆਂ ਸਿਕਿਉਰਟੀਆਂ ਲੈਣ ਵਾਸਤੇ, ਸਿਕਿਉਰਟੀਆਂ ਬਣਾਈ ਰੱਖਣ ਵਾਸਤੇ, ਉਹਦਾ ਹਰਜ਼ਾਨਾ ਕਿਤੇ ਨਾ ਕਿਤੇ ਆਮ ਵਰਗ ਨੂੰ ਭੁਗਤਣਾ ਪਿਆ ਜਾਂ ਭੁਗਤਣਾ ਪੈ ਰਿਹਾ। ਤਾਂ ਪ੍ਰਸ਼ਾਸਨ ਨੂੰ ਵੀ ਚਾਹੀਦਾ ਸੀ, ਜੇ ਪਿਛਲੇ 10 ਦਿਨ ਤੋਂ ਇਹਨਾਂ ਦੀ ਸੋਸ਼ਲ ਮੀਡੀਆ ਦੇ ਉੱਤੇ ਲੜਾਈ ਚੱਲ ਰਹੀ ਸੀ, ਚਾਹੇ ਉਹ ਬਰਜਿੰਦਰ ਪਰਵਾਨਾ ਦੇ ਬਿਆਨ ਸੀ, ਚਾਹੇ ਉਹ ਹਰੀਸ਼ ਸਿੰਗਲਾ ਦੇ ਬਿਆਨ ਸੀ, ਇਹਨਾਂ ਨੂੰ ਘਰਾਂ ਦੇ ਵਿੱਚ ਹੀ ਨਜ਼ਰਬੰਦ ਕੀਤਾ ਜਾਂਦਾ ਜਾਂ ਚੱਕ ਕੇ ਜੇਲ੍ਹਾਂ ਦੇ ਵਿੱਚ ਸਿੱਟਿਆ ਜਾਂਦਾ। ਔਰ ਇਹਨਾਂ ਤੇ ਘੱਟੋ ਘੱਟ NSA ਲੱਗਣੀ ਚਾਹੀਦੀ ਆ। ਜੋ ਇਹਨਾਂ ਨੇ ਸਮਾਜ ਦਾ ਮਾਹੌਲ ਖਰਾਬ ਕੀਤਾ, 2 ਅਲੱਗ-ਅਲੱਗ ਪੰਥਾਂ ਦਾ ਮਾਹੌਲ ਖਰਾਬ ਕੀਤਾ ਔਰ ਇਸ ਨਿੱਜੀ ਲੜਾਈ ਨੂੰ ਪੰਥਕ ਜਾਂ ਧਾਰਮਿਕ ਲੜਾਈ ਰੂਪ ਦੇਣ ਦੀ ਜੋ ਕੋਸ਼ਿਸ਼ ਕੀਤੀ ਗਈ ਹੈ, ਜੋ ਘਟੀਆ ਰਾਜਨੀਤੀ ਖੇਡ ਕੇ, ਇਹ ਘੱਟੋ ਘੱਟ NSA ਦੇ ਤਾਂ ਹੱਕਦਾਰ ਬਣਦੇ ਆ, ਤਾਂ ਕਿ ਘੱਟੋ ਘੱਟ 10 ਸਾਲ ਅੰਦਰ 10-10 ਸਾਲ ਇਹਨਾਂ ਦੇ ਅੰਦਰ ਲੱਗਣ। ਤਾਂ ਇਹਨਾਂ ਨੂੰ ਅੰਦਰ ਬੈਠ ਕੇ ਆਤਮ ਚਿੰਤਨ ਕਰਨ ਦਾ ਸਮਾਂ ਮਿਲਣਾ ਚਾਹੀਦਾ ਵੀ ਅੱਗੇ ਤੋਂ ਏਦਾਂ ਦਾ ਜਿਹੜੀ ਘਟਨਾ ਨੂੰ ਕੋਈ ਹੋਰ ਵੀ ਅੰਜਾਮ ਨਾ ਦੇ ਪਾਏ। ਔਰ ਦੂਸਰੀ ਚੀਜ਼ ਹੈ ਕਿ ਜਿੱਥੇ ਆਪਾਂ ਸਿੱਖ ਸਮਾਜ ਦੀ ਗੱਲ ਕਰੀਏ, ਤਾਂ ਜਿਵੇਂ ਸਾਡੇ ਵਿਪਨ ਸ਼ਰਮਾ ਜੀ ਨੇ ਦੱਸਿਆ ਕਿ ਉਸ ਹਜੂਮ ਦੇ ਵਿੱਚ ਜੋ ਲੋਕ ਦੁਖਨਿਵਾਰਨ ਸਾਹਿਬ ਤੋਂ ਆਏ ਜਾਂ ਹੋਰ ਬੈਠੇ ਸੀ, ਉਹਨਾਂ ਦੇ ਵਿੱਚ ਵੀ ਕਿਤੇ ਨਾ ਕਿਤੇ ਇਹ ਚੀਜ਼ ਹੈ ਸੀ ਕਿ ਅਸੀਂ ਜੋ ਕਰਨ ਜਾ ਰਹੇ ਹਾਂ ਉਹ ਬਹੁਤ ਗਲਤ ਆ, ਕਿਉਂਕਿ ਕਾਲੀ ਮਾਤਾ ਮੰਦਿਰ ਦੇ ਉੱਤੇ ਅਟੈਕ ਜਿਹਦੀ ਉਸਤਤੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕੀਤੀ ਆਪਦੀ ਬਾਣੀ ਦੇ ਵਿੱਚ, ਉਸ ਕਾਲੀ ਮਾਤਾ ਨੂੰ ਤੁਸੀਂ, ਉਸ ਚੰਡੀ ਨੂੰ ਤੁਸੀਂ ਇੰਨੀ ਅਭੱਦਰ ਭਾਸ਼ਾ ਵਰਤ ਰਹੇ ਹੋ, ਉਹਨਾਂ ਲਈ ਇੰਨਾ ਬੁਰਾ ਭਲਾ ਬੋਲ ਰਹੇ ਹੋ, ਜੋ ਸ਼ਬਦ ਸੋਚਣਯੋਗ ਵੀ ਹੈ ਨਹੀਂ। ਉਹ ਸ਼ਬਦ ਬਾਣੇ ਦੇ ਵਿੱਚ, ਹੁਣ ਸਾਨੂੰ ਨਹੀਂ ਪਤਾ ਉਹ ਨਿਹੰਗ ਸਿੰਘ ਸਹੀ ਸੀ ਕਿ ਅਸਲੀ ਸੀ ਕਿ ਨਕਲੀ ਸੀ, ਪਰ ਉਹ ਨਿਹੰਗ ਸਿੰਘ ਦੇ ਰੂਪ ਦੇ ਵਿੱਚ ਜਿਹੜਾ ਬਾਣੇ ਦੇ ਵਿੱਚ ਜਿਸ ਇਨਸਾਨ ਨੇ, ਜਿਸ ਵਿਅਕਤੀ ਨੇ ਇੰਨੀ ਅਭੱਦਰ ਭਾਸ਼ਾ ਵਰਤ ਕੇ ਮਾਤਾ ਕਾਲੀ ਦੇ ਅਗੇਂਸਟ ਇੰਨਾ ਕੁਝ ਬੋਲਿਆ, ਬਿਨਾਂ ਜਾਣੇ ਬੁੱਝੇ ਕਿ ਬਾਣੀ ਉਹਨਾਂ ਬਾਰੇ ਕੀ ਕਹਿ ਰਹੀ ਆ। ਸਭ ਤੋਂ ਪਹਿਲਾਂ ਤਾਂ ਇਹੋ ਜਿਹੇ ਜਿਹੜੇ ਸ਼ਰਾਰਤੀ ਅਨਸਰ ਨੇ, ਉਹਨਾਂ ਦੀ ਅਰੈਸਟ ਪੈਣੀ ਚਾਹੀਦੀ ਆ, ਨਾਲ ਉਹਨਾਂ ਨੂੰ ਅੰਦਰ ਬਰਾਬਰ NSA ਦੇ ਵਿੱਚ ਠੋਕਣਾ ਚਾਹੀਦਾ, ਤਾਂ ਕਿ ਅੱਗੇ ਤੋਂ ਇਹੋ ਜਿਹੇ ਸ਼ਰਾਰਤੀ ਅਨਸਰਾਂ ਨੂੰ ਕੰਨ ਹੋ ਜਾਣ, ਕੋਈ ਵੀ ਏਦਾਂ ਦੀ ਅਭੱਦਰ ਭਾਸ਼ਾ ਕਿਸੇ ਦੇਵੀ ਦੇਵਤੇ ਵਾਸਤੇ, ਕਿਸੇ ਗੁਰੂ ਪੀਰ ਵਾਸਤੇ ਵਰਤਣ ਦੀ ਕੋਸ਼ਿਸ਼ ਨਾ ਕਰੇ। ਸੀਗਾ ਖਾਲਸਾ ਰਾਜ, ਤਾਂ ਉਸ ਸਮੇਂ ਉਹ ਵੀ ਖਾਲਿਸਤਾਨ ਦੇ ਤੌਰ ਤੇ ਹੀ ਗਿਣਿਆ ਜਾਂਦਾ ਸੀ। ਤਾਂ ਕੁਝ ਲੋਕਾਂ ਨੇ ਆਪਣੇ ਨਿੱਜੀ ਮਫਾਦਾਂ ਦੇ ਚਲਦੇ ਖਾਲਿਸਤਾਨ ਨੂੰ ਜਿਹੜਾ ਅੱਤਵਾਦ ਦੇ ਨਾਲ ਜੋੜ ਦਿੱਤਾ। ਤਾਂ ਕਿਸ ਤਰ੍ਹਾਂ ਦੇਖਦੇ ਹੋ, ਕੀ ਪੰਜਾਬ ਦੇ ਵਿੱਚ ਅਜਿਹਾ ਮਾਹੌਲ ਹੈ ਕਿ ਲੋਕਾਂ ਵੱਲੋਂ ਕੋਈ ਇਹੋ ਜਿਹੀ ਮੰਗ ਹੈ ਕਿ ਖਾਲਿਸਤਾਨ ਹੈਗਾ ਜਿਹੜਾ ਉਹ ਬਣਾਇਆ ਜਾਵੇ, ਜਾਂ ਲੋਕ ਕੋਈ ਇਦਾਂ ਦੀ ਗੱਲ ਕਰਦੇ ਹੋਣ, ਜਾਂ ਆਪਣੇ ਭਾਈਚਾਰੇ ਦੀ ਗੱਲ ਕਰ ਲਈਏ, ਕੀ ਲੱਗਦਾ ਤੁਹਾਨੂੰ ਕਿ ਇਹ ਕਿਸੇ ਗੱਲ ਦੇ ਵਿੱਚ ਕੋਈ ਤਰਕ ਹੈਗਾ? ਦੇਖੋ, ਸਭ ਤੋਂ ਪਹਿਲਾਂ ਤਾਂ ਜਿਹੜੀ ਇਹ ਡਿਮਾਂਡ ਆ, ਇੱਕ ਸਿੱਖ ਸਮੁਦਾਇ ਦੇ ਵਿੱਚ ਕੁਛ ਇੱਕ ਵਰਗ ਐਸਾ ਆ, ਜਿਵੇਂ ਹਿੰਦੂ ਸਮਾਜ ਦੇ ਵਿੱਚ ਸਿੰਗਲੇ, ਹਰੀਸ਼ ਸਿੰਗਲੇ ਵਰਗੇ ਬੈਠੇ ਆ, ਉੱਦਾਂ ਹੀ ਸਿੱਖ ਸਮਾਜ ਦੇ ਵਿੱਚ ਕੁਛ ਅਨਸਰ, ਕੁਛ ਤੱਤਵ ਐਸੇ ਬੈਠੇ ਆ ਜੋ ਆਪਣੇ ਘਰ ਚਲਾਉਣ ਵਾਸਤੇ, ਆਪਣੀਆਂ ਦੁਕਾਨਾਂ ਚਲਾਉਣ ਵਾਸਤੇ, ਆਪਣੀਆਂ ਸਿਕਿਉਰਟੀਆਂ ਖਾਤਰ ਖੁਦ ਨੂੰ ਪੰਜਾਬ ਦੇ ਵਿੱਚ, ਭਾਰਤ ਦੇ ਵਿੱਚ ਖਾਲਿਸਤਾਨ ਦੇ ਨਾਮ ਦੇ ਉੱਤੇ ਇਨਸਿਕਿਉਰ ਦੱਸਦੇ ਆ ਕਿ ਅਸੀਂ ਇੱਥੇ ਸਿਕਿਉਰ ਨਹੀਂ ਹੈਗੇ। ਔਰ ਇਹ ਗੱਲ ਉਹ ਹੁਣ ਤੋਂ ਨਹੀਂ, ਪਿਛਲੇ 20-20, 25-25, 30-30, 40-40 ਸਾਲ ਤੋਂ ਕਰ ਰਹੇ ਆ। ਉਹ ਸਿਰਫ ਗੱਲ ਹੀ ਕਰ ਰਹੇ ਆ, ਗਵਰਨਮੈਂਟ ਨੇ ਉਹਨਾਂ ਨੂੰ ਸਿਕਿਉਰਿਟੀਜ਼ ਤੱਕ ਦਿੱਤੀਆਂ ਹੋਈਆਂ। ਜੇ ਇੱਥੇ ਸਿੱਖ ਸਮੁਦਾਇ, ਜੇ ਇੱਥੇ ਸਾਡੇ ਲੋਕ ਅਸੁਰੱਖਿਅਤ ਮਹਿਸੂਸ ਕਰਦੇ, ਅਸੁਰੱਖਿਆ ਦਾ ਭਾਵ ਹੁੰਦਾ ਕੋਈ, ਤਾਂ ਤੁਸੀਂ ਕੱਲ੍ਹ ਦੀਆਂ ਨਿਊਜ਼ ਦੀਆਂ ਜਿਹੜੀਆਂ ਫੁਟੇਜ ਨੇ ਉਹ ਕੱਢ ਕੇ ਦੇਖ ਲਓ। ਸ਼ਰੇਆਮ ਅਸੀਂ ਕਿਰਪਾਨਾਂ, ਸਾਡੇ ਲੋਕ ਜਿਹੜੇ ਲੈ ਕੇ, ਜਿਹੜੇ ਕੁਛ ਅਨਸਰ ਸੀ ਵਿੱਚੋਂ ਇਹਨਾਂ ਦੇ ਤੱਤਵ ਸੀ, ਸਵੇਰੇ 11 ਵਜੇ ਤੋਂ ਲੈ ਕੇ ਸ਼ਾਮੀ 5 ਵਜੇ ਤੱਕ ਫੁਹਾਰਾ ਚੌਂਕ ਤੇ ਬੈਠੇ ਰਹੇ। ਪੂਰੇ ਪਟਿਆਲੇ ਦੇ ਵਿੱਚ, ਬਾਜ਼ਾਰਾਂ ਦੇ ਵਿੱਚ ਮੋਟਰਸਾਈਕਲਾਂ ਦੇ ਉੱਤੇ ਨੰਗੀਆਂ ਕਿਰਪਾਨਾਂ ਲੈ ਕੇ ਘੁੰਮੇ, ਫਾਇਰਿੰਗ ਹੋਈ। ਜੇ ਜਿਹੜਾ ਵਰਗ ਅਸੁਰੱਖਿਅਤ ਹੁੰਦਾ, ਉਹ ਕਦੀ ਆਹ ਕੁਛ ਨਹੀਂ ਕਰਦਾ, ਉਹ ਕਦੇ ਦੰਗਾਈ ਨਹੀਂ ਬਣਦਾ, ਉਹ ਕਦੇ ਵੀ ਏਦਾਂ ਦੇ ਜਿਹੜੇ ਕਾਰਕੁਨਾਂ ਨੂੰ ਅੱਗੇ ਕਰਕੇ ਆਪਣੇ ਆਪ ਨੂੰ ਕਦੇ ਜਿਹੜਾ ਅੱਤਵਾਦੀ ਘੋਸ਼ਿਤ ਨਹੀਂ ਕਰਾਉਂਦਾ ਹੈਗਾ। ਸੋ ਇੱਥੇ ਏਦਾਂ ਦਾ ਕੁਛ ਨਹੀਂ, ਪੰਜਾਬ ਦੇ ਵਿੱਚ ਏਦਾਂ ਦਾ ਕੋਈ ਮਾਹੌਲ ਨਹੀਂ। ਜਿਨ੍ਹਾਂ ਨੇ ਅੱਜ ਤੋਂ ਥੋੜ੍ਹਾ ਸਮਾਂ ਪਹਿਲਾਂ, 20-25 ਸਾਲ ਪਹਿਲਾਂ ਉਹ ਸਮਾਂ ਭੁਗਤਿਆ ਵੀ ਹੈ, ਅੱਜ ਵੀ ਉਹ ਲੋਕ ਇਹ ਨਹੀਂ ਚਾਹੁੰਦੇ ਕਿ ਉਸ ਮਾਹੌਲ ਹੈ ਜਿਹੜਾ ਉਹ ਦੁਬਾਰਾ ਬਣੇ। ਪਰ ਸਿੰਗਲੇ ਵਰਗੇ, ਪਰਵਾਨੇ ਵਰਗੇ ਸਟੇਟ ਦਾ ਲਾਅ ਐਂਡ ਆਰਡਰ ਵਿਗਾੜਨ ਲਈ, ਲੋਕਾਂ ਦੇ ਅੰਦਰ ਧਾਰਮਿਕ ਭਾਵਨਾਵਾਂ ਦੀ ਹੀਨਤਾ ਲਿਆਉਣ ਲਈ
ਇੱਕ ਦੂਜੇ ਨਾਲ ਲੜਾਉਣ ਲਈ ਤੇ ਆਪਣੀਆਂ ਦੁਕਾਨਾਂ ਚਲਾਉਣ ਲਈ, ਆਪਣੇ ਘਰ ਚਲਾਉਣ ਲਈ ਆਹ ਕੁਛ ਕਰਦੇ ਆ। ਔਰ ਏਦਾਂ ਦਾ ਕਿਸੇ ਦੇ ਅੰਦਰ ਕੋਈ ਭਾਵ ਨਹੀਂ, ਨਾ ਹੀ ਕੋਈ ਚਾਹੁੰਦਾ ਵੀ ਏਦਾਂ ਦਾ ਕੁਛ ਹੋਵੇ। ਸੋ ਤੁਹਾਨੂੰ ਦੱਸ ਦਈਏ ਕਿ ਤੁਸੀਂ ਵਿਚਾਰ ਸੁਣੇ ਹੈਗੇ, ਵਿਪਨ ਜੀ ਨਾਲ ਵੀ ਗੱਲਬਾਤ ਹੋਈ ਹੈ। ਤਾਂ ਗੱਲ ਕਰ ਲਈਏ, ਅਗਰ ਜਿਸ ਤਰ੍ਹਾਂ ਦੇ ਨਾਲ ਇਹਨਾਂ ਨੇ ਦੱਸਿਆ ਕਿ ਕੋਈ ਵੀ ਜਿਹੜੀ ਕਮਿਊਨਿਟੀ ਹੈ ਉਹ ਨਹੀਂ ਚਾਹੁੰਦੀ ਕਿ ਅਜਿਹਾ ਪੰਜਾਬ ਦੇ ਵਿੱਚ ਹੋਵੇ, ਲੇਕਿਨ ਜੇ ਗੱਲ ਕਰ ਲਈਏ ਬਰਜਿੰਦਰ ਸਿੰਘ ਪਰਵਾਨਾ ਜਾਂ ਹਰੀਸ਼ ਸਿੰਗਲਾ ਜਾਂ ਫਿਰ ਗੁਰਸਿਮਰਨ ਸਿੰਘ ਮੰਡ, ਜਿਹੜੇ ਲੋਕਾਂ ਨੇ ਸਿਕਿਉਰਟੀਆਂ ਲਈਆਂ ਹੋਈਆਂ ਇਹਨਾਂ ਗੱਲਾਂ ਨੂੰ ਲੈ ਕੇ, ਤਾਂ ਇਹ ਲੋਕ ਨੇ ਜਿਹੜੇ ਲਗਾਤਾਰ ਪੰਜਾਬ ਦਾ ਜਿਹੜਾ ਮਾਹੌਲ ਹੈ ਇੱਕ ਵਾਰ ਫਿਰ ਤੋਂ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਸੋ ਪ੍ਰਸ਼ਾਸਨ ਨੂੰ ਵੀ ਚਾਹੀਦਾ ਕਿ ਜਿਹੜੇ ਲੋਕ ਹੈਗੇ ਨੇ ਇਹਨਾਂ ਦੀਆਂ ਜਿਹੜੀਆਂ ਸਿਕਿਉਰਟੀਆਂ ਨੇ ਵਿਡਰਾ ਕਰੀਆਂ ਜਾਣ। ਤਾਂ ਦੂਜੇ ਪਾਸੇ ਹਿੰਦੂ ਸਮਾਜ ਤੇ ਸਿੱਖ ਸਮਾਜ ਵੱਲੋਂ ਲਗਾਤਾਰ ਇਹ ਮੰਗ ਕੀਤੀ ਜਾ ਰਹੀ ਹੈ ਕਿ ਇਹਨਾਂ ਲੋਕਾਂ ਦੇ ਉੱਤੇ ਜਿਹੜੀ ਸਖਤ ਤੋਂ ਸਖਤ ਜਿਹੜੀ ਕਾਰਵਾਈ ਹੈ ਉਹ ਕੀਤੀ ਜਾਵੇ। ਬਹਰਹਾਲ ਪੰਜਾਬ ਦੇ ਨਾਲ ਜੁੜੀਆਂ ਹੋਰ ਖਬਰਾਂ ਜਿਹੜੀਆਂ ਜਾਂ ਹੋਰ ਸ਼ਖਸੀਅਤਾਂ ਹੈਗੀਆਂ ਉਹਨਾਂ ਦੇ ਨਾਲ ਸਮੇਂ-ਸਮੇਂ ਤੇ ਤੁਹਾਡੀ ਮੁਲਾਕਾਤ ਕਰਾਉਂਦੇ ਰਵਾਂਗੇ। ਤੁਸੀਂ ਦੇਖਦੇ ਰਹੋ ਟੀਵੀ ਪੰਜਾਬ। ਧੰਨਵਾਦ।